ਲੜੀਵਾਰ ਕਥਾ 769 ਅੰਗ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪਹੁੰਚੀ ਹੈ। ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦੋ ਸ਼ਬਦ ਰਾਗ ਸੂਹੀ ਦੇ ਆਪਾਂ ਪਿੱਛੇ ਛੰਤ ਵਿਚਾਰੇ ਨੇ। ਤੀਸਰਾ ਸ਼ਬਦ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਾਰੰਭ ਹੋ ਰਿਹਾ ਹੈ। 769 ਅੰਗ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਤੀਸਰੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹਲਾ ਤੀਜਾ। ਸ਼ਬਦ ਸੱਚੈ ਸੱਚ ਸੋਹਿਲਾ, ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜੋ ਗੁਰੂ ਦਾ ਉਪਦੇਸ਼ ਹੈ, ਸ਼ਬਦ, ਸ਼ਬਦ ਦਾ ਇੱਥੇ ਅਰਥ ਕਰਾਂਗੇ ਗੁਰ ਉਪਦੇਸ਼। ਸਤਿਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਉਹ ਸੱਚਾ ਹੈ। ਸਾਹਿਬ ਆਪ ਕਹਿੰਦੇ ਆ ਸੱਚ ਸੁਣਾਏ ਸੀ ਸੱਚ ਕੀ ਬੇਲਾ। ਅਸੀਂ ਸੱਚ ਸੁਣਾਉਂਦੇ ਆ, ਸੱਚ ਸੁਣਾਉਣ ਦਾ ਵੇਲਾ। ਸੱਚ ਉਹ ਹੈ ਜਿਹੜਾ ਸਾਰੇ ਜਗਤ ਵਾਸਤੇ ਚਾਨਣ ਮੁਨਾਰਾ ਹੋਵੇ। ਸੱਚ ਉਹ ਹੁੰਦਾ ਜਿਹੜਾ ਲੋਕਾਂ ਨੂੰ ਵੰਡਦਾ ਨਹੀਂ ਹੈ, ਉਹਨਾਂ ਨੂੰ ਧੜੇ ਬੰਦੀਆਂ ਦੇ ਵਿੱਚ ਵਖਰੇਵਾਂ ਨਹੀਂ ਪੈਦਾ ਕਰਦਾ। ਸੱਚ ਉਹ ਹੁੰਦਾ ਜਿਹੜਾ ਸਭ ਨੂੰ ਇਕਜੁੱਟ ਕਰਦਾ, ਸਭ ਨੂੰ ਇਕੱਤਰ ਕਰਦਾ। ਅੱਜ ਕੱਲ ਸੱਚ ਕਹਿਣ ਦੇ ਨਾਂ ਦੇ ਉੱਤੇ ਬਹੁਤ ਕੁਝ ਕੂੜ ਤੇ ਝੂਠ ਪਰੋਸਿਆ ਜਾਂਦਾ, ਉੱਤੇ ਲੇਬਲ ਲਾਇਆ ਜਾਂਦਾ, ਅਸੀਂ ਸੱਚ ਕਹਿ ਰਹੇ ਹਾਂ। ਤੇ ਫਿਰ ਪਤਾ ਕਿ ਗੁਰਬਾਣੀ ਦਾ ਮਹਾਂਵਾਕ ਬਚਨ ਸੁਣਾਉਂਦੇ ਆ, ਕਹਿੰਦੇ ਜੀ ਅਸੀਂ ਸੱਚ ਸੁਣਾਉਂਦੇ ਆ, ਝੂਠੇ ਸੜ ਜਾਂਦੇ ਆ। ਸੱਚ ਐਸਾ ਸੱਚ ਜਿਹੜਾ ਸਾਰੇ ਜਗਤ ਲਈ ਚਾਨਣਾ ਮੁਨਾਰਾ ਹੁੰਦਾ, ਸਾਰੀ ਮਨੁੱਖਤਾ ਲਈ ਸਾਂਝਾ ਹੁੰਦਾ। ਸਤਿਗੁਰੂ ਜੀ ਕਹਿੰਦੇ ਗੁਰੂ ਕਾ ਉਪਦੇਸ਼, ਗੁਰੂ ਕਾ ਸ਼ਬਦ ਸੱਚ ਹੈ। ਗੁਰਬਾਣੀ ਦਾ ਜਦੋਂ ਕੋਈ ਸ਼ਬਦ ਅਸੀਂ ਵੇਖਦੇ, ਪੜ੍ਹਦੇ, ਸੁਣਦੇ ਹਾਂ, ਸਤਿਗੁਰਾਂ ਦਾ ਕੋਈ ਸ਼ਬਦ ਵੀ ਦੁਨੀਆ ਨੂੰ ਵਿਤਕਰੇ ਵਿੱਚ ਜਾਂ ਭੇਦ ਭਾਵ ਬਿਰਤੀ ਦੇ ਨਾਲ ਜਾਂ ਧੜੇਬੰਦੀ ਦੇ ਨਾਲ ਜਾਂ ਫਿਰਕਾ ਪ੍ਰਸਤੀ ਦੇ ਨਾਲ ਵੰਡਦਾ ਤਾਂ ਨਹੀਂ ਹੈ। ਇਹ ਹੈ ਸੱਚ, ਇਹ ਗੁਰਬਾਣੀ ਸੱਚ ਹੈ। ਸਾਡੀਆਂ ਕਈਆਂ ਗੱਲਾਂ ਅੱਜ ਅਸੀਂ ਜੋ ਕਹਿ ਰਹੇ ਹਾਂ, ਹੋ ਸਕਦਾ ਕੱਲ ਨੂੰ ਅਸੀਂ ਉਹਦੇ ਵਿੱਚ ਗਲਤ ਸਾਬਤ ਹੋ ਜਾਈਏ। ਹੋ ਸਕਦਾ ਵੀ ਕੱਲ ਨੂੰ ਅਸੀਂ ਉਹਦੇ ਤੇ ਆਪ ਥਿਰ ਨਾ ਰਹੀਏ। ਇਹ ਵੀ ਹੋ ਸਕਦਾ ਵੀ ਮੈਂ ਭੁਲੇਖੇ ਵਿੱਚ ਹੀ ਕਹਿ ਰਿਹਾ ਹੋਵਾਂ, ਵੀ ਮੈਂ ਸੱਚ ਕਹਿ ਰਿਹਾ ਹੋਵੇ ਉਹ ਝੂਠ। ਪਰ ਗੁਰਬਾਣੀ ਵਿੱਚ ਜਿਹੜਾ ਸੱਚ ਮੇਰੇ ਸਾਹਿਬ ਨੇ ਕਿਹਾ ਨਾ, ਉਹ ਤ੍ਰਈ ਕਾਲ ਸੱਚ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ, ਤੇ ਅੱਗੇ ਵੀ ਸੱਚ ਹੀ ਰਹਿਣਾ। ਇਹ ਨਹੀਂ ਕੋਈ ਕਹਿ ਸਕਦਾ ਵੀ ਅੱਜ ਤੋਂ 10-20 ਸਾਲ ਬਾਅਦ ਗੁਰਬਾਣੀ ਦੀ ਵਿਆਖਿਆ ਹੋਰ ਹੋ ਜਾਏਗੀ। ਇਹ ਗੁਰਬਾਣੀ ਦੇ ਵਿੱਚ ਸੱਚ ਬਦਲ ਜਾਏਗਾ। ਜੋ ਸੱਚ ਮੇਰੇ ਸਾਹਿਬ ਨੇ ਆਪਣੇ ਪਾਵਨ ਬਚਨਾਂ 'ਚ ਕਹਿ ਦਿੱਤਾ, ਉਹ ਤ੍ਰਈ ਕਾਲ ਸੱਚ ਹੈ। ਇਸ ਕਰਕੇ ਸਤਿਗੁਰਾਂ ਦਾ ਸ਼ਬਦ, ਗੁਰੂ ਦਾ ਜਿਹੜਾ ਉਪਦੇਸ਼ ਹੈ, ਇਹ ਸੱਚਾ ਹੈ। ਸ਼ਬਦ ਸੱਚਾ ਹੈ। ਜੇ ਉਦੋਂ ਸੱਜਣ ਠੱਗ ਨੂੰ ਮਹਾਰਾਜ ਜੀ ਕਹਿੰਦੇ ਸਨ ਕਿ ਠੱਗੀਆਂ ਛੱਡ ਦੇ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, 500 ਸਾਲ ਪਹਿਲਾਂ ਉਹ ਜਿੰਨਾ ਸੱਚ ਸੀ ਅੱਜ ਵੀ ਉਨਾ ਹੀ ਸੱਚ ਹੈ। ਅੱਜ ਤੋਂ 5000 ਜਾਂ 5 ਲੱਖ ਸਾਲ ਬਾਅਦ ਵੀ ਉਨਾ ਹੀ ਸੱਚ ਰਹੇਗਾ, ਤਬਦੀਲ ਨਹੀਂ। ਜੋ ਬਦਲ ਜਾਵੇ ਉਹ ਕਿਵੇਂ ਸੱਚ ਹੋ ਸਕਦਾ? ਉਹ ਤਾਂ ਝੂਠ ਹੈ ਨਾ। ਜੋ ਬਦਲ ਜਾਵੇ, ਤਬਦੀਲ ਹੋ ਜਾਵੇ, ਉਹ ਸੱਚ ਨਹੀਂ ਹੁੰਦਾ। ਸਾਡੇ ਕੋਲ ਪਿਆ ਕੋਈ ਫਲ ਟੁੱਟਾ ਹੋਵੇ, ਉਹ ਤਬਦੀਲ ਹੋ ਜਾਏਗਾ ਕੁਝ ਸਮੇਂ ਬਾਅਦ। ਜਦੋਂ ਫਲ ਬਣਿਆ, ਫਲ ਬਣਨ ਵਾਸਤੇ ਉਹਨੂੰ ਕਿੰਨਾ ਕੁਝ ਪਿੱਛੋਂ ਕਿਵੇਂ ਫੁੱਲ ਪਿਆ ਹੋਵੇਗਾ, ਫੁੱਲ ਤੋਂ ਕਿਵੇਂ ਹੌਲੇ ਹੌਲੇ ਪੱਕਿਆ ਹੋਵੇਗਾ,
ਉਹ ਕਿੰਨਾ ਕੁਝ ਬਦਲਿਆ ਹੋਣਾ। ਸਾਡਾ ਸਰੀਰ ਜਨਮ ਤੋਂ ਲੈ ਕੇ ਹੁਣ ਤੱਕ ਕਿਵੇਂ ਬਦਲਿਆ। ਜੋ ਬਦਲਦਾ ਚੱਲਿਆ ਜਾਂਦਾ ਉਹ ਝੂਠ ਹੈ ਔਰ ਖਤਮ ਹੋ ਜਾਏਗਾ, ਕਿਸੇ ਸਮੇਂ ਜਾ ਕੇ ਨਾਸ਼ ਹੋ ਜਾਏਗਾ। ਇਹਨੂੰ ਵਿਵਰਤਵਾਦ ਕਹਿੰਦੇ ਆ। ਜੋ ਬਦਲ ਜਾਏ ਉਹ ਤਾਂ ਬਿਨਸੇਗਾ ਨਾ, ਪਰ ਜਿਹੜਾ ਸੱਚ ਹੈ ਉਹ ਬਦਲਦਾ ਨਹੀਂ ਹੈ। ਜੁਗਾਂ ਪਹਿਲਾਂ ਵੀ ਉਦਾਂ ਸੀ, ਅੱਜ ਵੀ ਉਦਾਂ ਹੀ ਨਵਾਂ ਹੈ, ਤੇ ਜੁਗਾਂ ਬਾਅਦ ਵੀ ਉਦਾਂ ਹੀ ਨਵਾਂ ਰਹਿਣਾ ਉਹਨੇ। ਉਹ ਨਾ ਪੁਰਾਣਾ ਹੁੰਦਾ, ਨਾ ਉਹ ਪਾੜਦਾ, ਨਾ ਉਹ ਮੈਲਾ ਹੁੰਦਾ। ਉਹ ਕਦੇ ਤਬਦੀਲ ਨਹੀਂ ਹੁੰਦਾ ਜੋ ਸੱਚ ਹੈ। ਬੜੇ ਲੋਕ ਨੇ ਜਿਹੜੇ ਤਬਦੀਲ ਹੋ ਜਾਂਦੇ ਆ ਮੌਸਮੀ ਡੱਡੂਆਂ ਵਾਂਗੂ। ਉਹ ਅੱਜ ਤੋਂ 10-20 ਸਾਲ ਪਹਿਲਾਂ ਜੋ ਕਹਿੰਦੇ ਹੋਣਗੇ, ਬਦਲਦੇ ਬਦਲਦੇ ਅੱਜ ਉਹ ਨਹੀਂ ਕਹਿਣਗੇ ਜੋ ਅੱਜ ਕਹਿ ਰਹੇ ਨੇ। ਆਉਣ ਵਾਲੇ 5-10-20 ਸਾਲਾਂ ਨੂੰ ਫਿਰ ਬਦਲਣਗੇ, ਫਿਰ ਨਹੀਂ ਉਹ ਕਹਿਣਗੇ। ਫਿਰ ਕਿਵੇਂ ਉਹ ਸੱਚ ਹੋ ਸਕਦਾ? ਸੱਚ ਤਾਂ ਉਹ ਹੈ ਜਿਹੜਾ ਸदैवी ਹੈ ਔਰ ਸੱਤ ਹੈ, ਔਰ ਉਹ ਗੁਰੂ ਕਾ ਸ਼ਬਦ ਹੈ। ਸਤਿਗੁਰਾਂ ਦਾ ਕਿਹਾ ਹੋਇਆ ਉਪਦੇਸ਼ ਸੱਚਾ ਹੈ, ਸੱਚ ਸੋਹੇਲਾ। ਜਿਹੜੇ ਮਾਈ ਭਾਈ ਸਤਿਗੁਰਾਂ ਦੇ ਸੱਚੇ ਸ਼ਬਦ ਨੂੰ, ਉਪਦੇਸ਼ ਨੂੰ ਸੁਣਦੇ ਨੇ, ਉਹਨਾਂ ਨੂੰ ਸੱਚੀ ਸੋਭਾ, ਸੱਚਾ ਜਸ ਪ੍ਰਾਪਤ ਹੁੰਦਾ। ਸੋਹਲਾ ਦਾ ਮਤਲਬ ਹੈ ਜਸ। ਜਿਹੜੇ ਸਤਿਗੁਰਾਂ ਦੇ ਸ਼ਬਦ ਦੇ ਅਭਿਆਸੀ ਨੇ, ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣ ਵਾਲੇ ਨੇ, ਉਹਨਾਂ ਨੂੰ ਸੱਚਾ ਜਸ ਪ੍ਰਾਪਤ ਹੁੰਦਾ, ਸੱਚੀ ਸੋਭਾ ਪ੍ਰਾਪਤ ਹੁੰਦੀ। ਫਿਰ ਜੋ ਸਤਿਗੁਰਾਂ ਦਾ ਸੱਚਾ ਉਪਦੇਸ਼ ਹੈ ਉਹ ਕੈਸਾ ਹੈ? ਤਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੱਸਦੇ ਨੇ, ਸੱਚੇ ਕਾ ਹੋਏ ਵਿਚਾਰੋ ਰਾਮ। ਸਤਿਗੁਰਾਂ ਦੇ ਉਪਦੇਸ਼ ਵਿੱਚ ਸੱਚ ਦੀ ਵਿਚਾਰ ਹੁੰਦੀ ਹੈ, ਇਸ ਕਰਕੇ ਸੱਚਾ। ਸਤਿਗੁਰਾਂ ਦਾ ਸ਼ਬਦ ਸੱਚਾ ਤਾਂ ਹੈ ਕਿਉਂਕਿ ਉਹਦੇ ਵਿੱਚ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਹੈ, ਸੱਚੇ ਬ੍ਰਹਮ ਦੀ ਵਿਚਾਰ ਹੈ। ਜਦੋਂ ਸੱਚੇ ਬ੍ਰਹਮ ਦੀ ਵਿਚਾਰ ਹੋਵੇਗੀ, ਸੱਚੇ ਸ਼ਬਦ ਦੀ ਵਿਚਾਰ ਹੋਵੇਗੀ, ਤਾਂ ਫਿਰ ਸਤਿਗੁਰਾਂ ਦਾ ਸ਼ਬਦ ਵੀ ਸੱਚਾ ਹੈ। ਹਾਂਜੀ। ਹਉ ਮੈਂ ਸਭ ਕਿਲ ਵਿਖ ਕਾਟੇ, ਸਾਚ ਰੱਖਿਆ ਉਰ ਤਾਰੇ RAM। ਜਿਨ੍ਹਾਂ ਨੇ ਐਸੇ ਸੱਚੇ ਸ਼ਬਦ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ, ਗੁਰੂ ਕੇ ਸੱਚੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ। ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਜਲਾ ਦਿੱਤਾ। ਹਉਮੈ ਸਭ ਕਿਲ ਬਿਖ ਕਾਟੇ, ਸਾਚ ਰੱਖਿਆ ਉਰ ਧਾਰੇ। ਉਹਨਾਂ ਨੇ ਆਪਣੇ ਹਿਰਦੇ ਚੋਂ ਹਉਮੈ ਵੀ ਕੱਟ ਦਿੱਤੀ ਹੈ। ਉਹਨਾਂ ਨੇ ਆਪਣੇ ਹਿਰਦੇ ਚੋਂ ਜਿਤਨੇ ਕਿਲ ਬਿਖ ਪਾਪ ਨੇ ਉਹ ਵੀ ਕੱਟ ਕੇ ਨਿਵਾਰ ਦਿੱਤੇ ਨੇ, ਔਰ ਆਪਣੇ ਹਿਰਦੇ 'ਚ ਸੱਚੇ ਸ਼ਬਦ ਨੂੰ ਧਾਰਨ ਕੀਤਾ ਹੈ। ਸੱਚ ਰੱਖਿਆ ਉਰ ਤਾਰੇ, ਦੁੱਧਰ ਤਾਰੇ, ਫਿਰ ਭਵ ਜਲ ਤਰਨ ਨਾ ਹੋਈ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ 'ਚ ਸੱਚ ਨੂੰ ਧਾਰਨ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਇਸ ਭਵ ਸਾਗਰ ਤੋਂ, ਸੰਸਾਰ ਤੋਂ, ਜਿਹਦੇ ਤੋਂ ਤਰਨਾ ਔਖਾ ਸੀ, ਇਸ ਭਵ ਸਾਗਰ ਤੋਂ ਉਹਨਾਂ ਨੇ ਆਪਣਾ ਆਪ ਤਾਰ ਲਿਆ। ਜਿਨ੍ਹਾਂ ਨੇ ਸੱਚ ਨੂੰ ਹਿਰਦੇ 'ਚ ਵਸਾਇਆ। ਤੇ ਕਹਿੰਦੇ ਜਿਹੜੇ ਖੁੰਝ ਗਏ, ਉਹਨਾਂ ਨੇ ਆਪਣੇ ਇਸ ਜਨਮ ਦੀ ਬਾਜੀ ਨੂੰ ਹਾਰ ਦਿੱਤਾ। ਜਦੋਂ ਇਹ ਸਰੀਰ ਚਲਾ ਗਿਆ ਤਾਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਫਿਰ ਤੁਹਾਡੇ ਕੋਲੋਂ ਸੰਸਾਰ ਤੋਂ ਤਰਿਆ ਨਹੀਂ ਜਾਣਾ। ਭਵ ਜਲ ਤਰਨ ਨਾ ਹੋਈ, ਕਹਿੰਦੇ ਫਿਰ ਨਹੀਂ ਮੁੜ ਕੇ ਸੰਸਾਰ ਤੋਂ ਤਰ ਹੋਣਾ। ਇਹੀ ਇੱਕ ਮਨੁੱਖੀ ਜਾਮਾ ਵਾਹਿਗੁਰੂ ਨੇ, ਪਰਮੇਸ਼ਰ ਨੇ ਸਾਨੂੰ ਦਿੱਤਾ ਹੈ। ਇਹਦੇ ਵਿੱਚ ਰਹਿ ਕੇ ਅਸੀਂ ਭਵਜਲ ਤੋਂ, ਸੰਸਾਰ ਤੋਂ ਤਰ ਸਕਦੇ ਹਾਂ। ਇਹਨੂੰ ਕਰਮ ਭੂਮੀ ਕਿਹਾ। ਕਰਮ ਭੂਮੀ ਨਾ ਦੇਵਤਿਆਂ ਨੂੰ ਮਿਲੀ ਹੈ, ਕਰਮ ਭੂਮੀ ਨਾ ਰਾਖਸ਼ਾਂ ਨੂੰ ਮਿਲੀ ਹੈ, ਕਰਮ ਭੂਮੀ ਨਾ ਹੀ ਪਸ਼ੂਆਂ, ਜਾਨਵਰਾਂ ਤੇ ਪੰਛੀਆਂ ਨੂੰ ਮਿਲੀ ਹੈ। ਉਹ ਜਿੰਨੀਆਂ ਜੂਨੀਆਂ ਨੇ ਉਹ ਸਭ ਭੋਗ ਜੂਨੀਆਂ ਨੇ। ਦੇਵਤੇ ਵੀ ਭੋਗ ਜੂਨੀ ਹੈ। ਉਹਨਾਂ ਦੇ ਪੁੰਨ ਕਰਮ ਇੰਨੇ ਸੀ, ਉਹ ਦੇਵਤੇ ਬਣ ਗਏ, ਪਰ ਉਹ ਆਪਣੇ ਪੁੰਨ ਕਰਮਾਂ ਦਾ ਫਲ ਭੋਗ ਰਹੇ ਨੇ, ਅੱਗੇ ਕਰ ਨਹੀਂ ਸਕਦੇ ਕੁਝ।
ਕਰਮ ਭੂਮੀ ਨਹੀਂ ਹੈ ਉਹਨਾਂ ਕੋਲ। ਰਾਖਸ਼ ਜਿਹੜੇ ਸਨ ਉਹਨਾਂ ਦੇ ਪਾਪ ਇੰਨੇ ਵੱਧ ਸੀ, ਉਹ ਰਾਖਸ਼ ਬਣ ਗਏ। ਉਹਨਾਂ ਦੀ ਵੀ ਭੋਗ ਭੂਮੀ, ਭੋਗ ਜੂਨੀ। ਪਸ਼ੂ ਵੀ ਭੋਗ ਜੂਨੀ ਵਿੱਚ ਨੇ, ਉਹ ਆਪਣੇ ਕਰਮ ਭੋਗ ਰਹੇ ਨੇ। ਇੱਕ ਮਨੁੱਖ ਐਸਾ ਹੈ ਜਿੱਥੇ ਆਪਣੇ ਕਰਮ ਭੋਗਦਾ ਉੱਥੇ ਨਾਲ ਅੱਗੇ ਕਰਮ ਬੀਜਦਾ ਵੀ ਹੈ। ਇਸ ਕਰਕੇ ਗੁਰਦੇਵ ਕਹਿੰਦੇ ਜੇ ਇਹ ਮਨੁੱਖਾ ਸਰੀਰ, ਇਹ ਮਨੁੱਖੀ ਜਾਮਾ ਹੱਥੋਂ ਨਿਕਲ ਗਿਆ, ਕਹਿੰਦੇ ਫਿਰ ਭਵਜਲ ਤਰਨ ਨਾ ਹੋਈ। ਫਿਰ ਇਸ ਭਵਜਲ ਤੋਂ, ਇਹ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਣਾ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸਤਿਗੁਰੂ ਜੀ ਸੱਚੇ ਨੇ ਔਰ ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ। ਸੱਚਾ ਸਤਿਗੁਰ ਸੱਚੀ ਬਾਣੀ, ਸਤਿਗੁਰੂ ਜੀ ਸੱਚੇ ਨੇ ਔਰ ਸਤਿਗੁਰਾਂ ਦੀ ਬਾਣੀ ਵੀ ਸੱਚੀ ਹੈ। ਜਿਨ ਸੱਚ ਵਿਖਾਲਿਆ ਸੋਈ। ਕੈਸੇ ਨੇ ਸਤਿਗੁਰੂ ਜੀ? ਉਹਨਾਂ ਨੇ ਸੱਚ ਵਿਖਾਲਿਆ, ਸਾਡੀਆਂ ਅੱਖਾਂ ਦੇ ਸਾਹਮਣੇ ਸੱਚ ਦੇ ਦਰਸ਼ਨ ਕਰਾਏ ਆ ਸਾਨੂੰ। ਆਹ ਸੱਚ ਹੈ, ਜੋ ਤੁਸੀਂ ਮੰਨੀ ਬੈਠੇ ਹੋ ਉਹ ਸੱਚ ਨਹੀਂ। ਅਸੀਂ ਤਾਂ ਰੱਸੀ ਨੂੰ ਸੱਪ ਸਮਝੀ ਬੈਠੇ ਸੀ। ਗੁਰੂ ਨੇ ਚਾਨਣਾ ਕੀਤਾ, ਆਖਿਆ ਸਿਖਾ ਅੱਜ ਇਹਨੂੰ ਤੂੰ ਸੱਪ ਸਮਝੀ ਬੈਠਾ, ਇਹ ਸੱਪ ਨਹੀਂ ਰੱਸੀ ਹੈ। ਸੱਚ ਦੇ ਦਰਸ਼ਨ ਕਰਾਏ ਗੁਰੂ ਨੇ, ਸਾਨੂੰ ਸੱਚ ਵਿਖਾਲਿਆ। ਸੁੱਤੇ ਪਏ ਸੀ ਭਾਰਤ ਖੰਡ ਦੇ ਲੋਕ 700 ਸਾਲ ਤੋਂ। ਇਹਨਾਂ ਨੇ ਗੁਲਾਮੀ ਦੀ ਜ਼ਿੰਦਗੀ ਨੂੰ ਹੀ ਆਪਣਾ ਜੀਵਨ ਬਣਾ ਲਿਆ ਸੀ ਵੀ ਇਹੀ ਸੱਚ ਹੈ। ਨਾ ਅਸੀਂ ਘੋੜਿਆਂ ਤੇ ਚੜ੍ਹ ਸਕੀਏ, ਨਾ ਅਸੀਂ ਹਥਿਆਰਬੰਦ ਹੋ ਸਕੀਏ, ਨਾ ਅਸੀਂ ਸਿਰਾਂ ਤੇ ਦਸਤਾਰਾਂ ਬੰਨ੍ਹ ਸਕੀਏ। ਸਾਡੇ ਕੋਲ ਕੋਈ ਚੰਗੀ ਵਸਤੂ ਹੋਵੇ, ਉਹਦੇ ਤੇ ਹੱਕ ਜਿਹੜਾ ਸਮੇਂ ਦੀਆਂ ਸਰਕਾਰਾਂ, ਸੂਬਿਆਂ ਦਾ, ਸੂਬੇਦਾਰਾਂ ਦਾ। ਲੋਕ ਇਹੀ ਸੱਚ ਸਮਝੀ ਬੈਠੇ ਸੀ ਵੀ ਇਹੀ ਸੱਚ ਹੈ। ਇਹ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਨਰਕ ਭਰੀ। ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਰਤ ਖੰਡ ਦੇ ਉਹਨਾਂ ਲੋਕਾਂ ਨੂੰ ਸ਼ੀਸ਼ਾ ਵਿਖਾਇਆ ਸੱਚ ਦਾ। ਆਹ ਸੱਚ ਹੈ ਜੋ ਤੁਸੀਂ ਵੇਖ ਰਹੇ ਹੋ, ਇਹ ਸੱਚ ਨਹੀਂ, ਇਹ ਗੁਲਾਮੀ ਹੈ। ਸੱਚ ਇਹ ਹੈ ਕਿ ਤੁਸੀਂ ਆਜ਼ਾਦ ਹੋ, ਸੁਤੰਤਰ ਹੋ। ਸਤਿਗੁਰੂ ਜੀ ਨੇ ਸਾਨੂੰ ਸੱਚ ਵਿਖਾਲਿਆ। ਸਤਿਗੁਰਾਂ ਦੀ ਬਾਣੀ ਸੱਚੀ ਆ, ਸਤਿਗੁਰੂ ਜੀ ਸੱਚੇ ਹਨ। ਸਾਚੇ ਗੁਣ ਗਾਵੇ, ਸੱਚ ਸਮਾਵੇ, ਸੱਚ ਵੇਖੈ ਸਭ ਸੋਈ। ਜਿਹੜੇ ਸੱਚੇ ਦੇ ਗੁਣ ਗਾਉਂਦੇ ਨੇ ਉਹ ਸੱਚ ਵਿੱਚ ਹੀ ਸਮਾ ਜਾਂਦੇ ਨੇ। ਸੱਚੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਸੱਚ ਵਿੱਚ ਹੀ ਅਭੇਦ ਹੋ ਗਏ। ਜਿਹੜੇ ਸੱਚ 'ਚ ਹੀ ਜਾ ਕੇ ਸਮਾ ਗਏ, ਹੁਣ ਉਹ ਜਿੱਥੇ ਵੇਖਦੇ ਨੇ ਸਭ ਵਿੱਚ ਸੱਚ ਹੀ ਵੇਖਦੇ ਨੇ। ਉਹ ਕਹਿੰਦੇ ਉਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਸਭ ਵਿੱਚ ਸੱਚ ਹੈ, ਸਾਰਿਆਂ ਵਿੱਚ ਉਹ ਸੱਚਾ ਸਾਹਿਬ ਨਿਵਾਸ ਕਰਦਾ। ਫਿਰ ਉਸੇ ਸੱਚ ਨੂੰ ਵੇਖਦੇ ਹਨ। ਨਾਨਕ ਸਾਚਾ ਸਾਹਿਬ ਸਾਚੇ ਨਾਏ, ਸੱਚ ਨਿਸਤਾਰਾ ਹੋਈ। ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਆ ਉਹ ਸਾਹਿਬ ਸੱਚਾ ਹੈ, ਉਹ ਸਾਹਿਬ ਸੱਚਾ ਹੈ ਔਰ ਸਾਚੀ ਨਾਈ, ਉਹਦਾ ਨਾਮ ਵੀ ਸੱਚਾ ਹੈ। ਦੁਨੀਆ ਦੇ ਲੋਕ ਝੂਠੇ, ਉਹਨਾਂ ਦੇ ਨਾਮ ਵੀ ਝੂਠੇ। ਪਰਮੇਸ਼ਰ ਸੱਚਾ, ਉਹਦਾ ਨਾਮ ਵੀ ਸੱਚਾ। ਉਹ ਸਾਹਿਬ ਸੱਚਾ ਹੈ ਔਰ ਉਹਦਾ ਨਾਮ ਵੀ ਸੱਚਾ ਹੈ। ਪਾਤਸ਼ਾਹ ਕਹਿੰਦੇ ਜਿਹੜੇ ਉਸ ਸੱਚੇ ਨਾਮ ਨਾਲ ਜੁੜਦੇ ਨੇ, ਉਹਨਾਂ ਦਾ ਇਸ ਭਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਸੱਚ ਨਿਸਤਾਰਾ ਹੋਈ, ਸੱਚ ਦਾ ਹੀ ਨਿਸਤਾਰਾ ਹੋਣਾ। ਜਿਹੜੇ ਸੱਚ ਨਾਲ ਜੁੜੇ ਨੇ ਉਹੀ ਇਹ ਸੰਸਾਰ ਤੋਂ ਤਰਨਗੇ। ਸਾਚੈ ਸਤਿਗੁਰ ਸਾਚ ਬੁਝਾਇਆ, ਪਤ ਰਾਖੈ ਸੱਚ ਸੋਈ ਰਾਮ। ਸਾਡੇ ਸੱਚੇ ਸਤਿਗੁਰਾਂ ਨੇ ਸਾਨੂੰ ਸੱਚ ਦੀ ਜਾਣਕਾਰੀ ਦਿੱਤੀ, ਸੱਚ ਬੁਝਾਇਆ, ਸੱਚ ਜਣਾਇਆ ਹੀ ਨਹੀਂ, ਕੇਵਲ ਸੱਚ ਦੀ ਜਾਣਕਾਰੀ ਦੇ ਕੇ ਅੰਦਰ ਸੱਚ ਪੈਦਾ ਕਰ ਦਿੱਤਾ। ਜੋ ਸੱਚ ਸੀ ਉਹਦਾ ਸਾਖਸ਼ਾਤਕਾਰ ਕਰ ਦਿੱਤਾ।
ਸੱਚੇ ਸਤਿਗੁਰਾਂ ਨੇ ਸਾਨੂੰ ਸੱਚ ਬੁਝਾ ਦਿੱਤਾ ਤੇ ਪਤ ਰਾਖੈ ਸੱਚ ਸੋਈ ਰਾਮ। ਉਹ ਜਿਹੜਾ ਸੱਚਾ ਸਾਹਿਬ ਹੈ ਨਾ, ਉਹੀ ਹੈ ਜਿਹੜਾ ਸਾਡੀ ਪਤ ਰੱਖਣ ਵਾਲਾ ਹੈ, ਸਾਡੀ ਪੈਜ ਰੱਖਣ ਵਾਲਾ ਹੈ। ਉਹਦੇ ਬਿਨਾਂ ਕੋਈ ਦੂਜਾ ਪਤ ਦਾ ਰਾਖਾ ਨਹੀਂ। ਤਦੇ ਆਪਾਂ ਕਹਿੰਦੇ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਉਹ ਸਾਡੀ ਪਤ ਦਾ ਵੀ ਰਾਖਾ ਤੇ ਮਤ ਦਾ ਵੀ ਰਾਖਾ। ਪਤ ਨਾਮ ਹੁੰਦਾ ਇੱਜ਼ਤ ਦਾ, ਪਤ ਨਾਮ ਹੁੰਦਾ ਪ੍ਰਤਿਸ਼ਠਾ ਦਾ, ਪਤ ਨਾਮ ਹੁੰਦਾ ਵਡਿਆਈ ਦਾ, ਪਤ ਨਾਮ ਹੁੰਦਾ ਸੋਭਾ ਦਾ, ਪੈਜ ਦਾ। ਉਹ ਸਾਡੀ ਪੈਜ ਰੱਖਣ ਵਾਲਾ ਸੱਚਾ ਸਾਹਿਬ ਹੈ, ਔਰ ਉਹਦਾ ਨਾਮ ਸੱਚਾ ਹੈ, ਉਸ ਦੀ ਬਾਣੀ ਸੱਚੀ ਹੈ। ਸੱਚਾ ਭੋਜਨ ਭਾਉ ਸੱਚਾ ਹੈ, ਸੱਚਾ ਨਾਮ ਸੁਖ ਹੋਈ ਰਾਮ। ਵਾਹਿਗੁਰੂ ਪਰਮੇਸ਼ਰ ਨੇ ਜਿਹੜਾ ਸਾਨੂੰ ਭੋਜਨ ਦਿੱਤਾ ਹੈ ਉਹ ਵੀ ਸੱਚਾ ਹੈ, ਸੱਚੇ ਨਾਮ ਦਾ ਭੋਜਨ। ਐਸਾ ਸੱਚੇ ਨਾਮ ਦਾ ਭੋਜਨ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਜਿਸ ਨੂੰ ਖਾ ਕੇ ਤ੍ਰਿਪਤੀ ਹੁੰਦੀ ਹੈ। ਸੱਚਾ ਭੋਜਨ ਭਾਉ ਸੱਚਾ ਹੈ, ਉਹਦਾ ਪ੍ਰੇਮ ਵੀ ਸੱਚਾ ਹੈ। ਦੁਨੀਆ ਝੂਠੀ, ਦੁਨੀਆ ਦਾ ਪ੍ਰੇਮ ਵੀ ਝੂਠਾ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਪਰਮੇਸ਼ਰ ਸੱਚਾ, ਉਹਦਾ ਪ੍ਰੇਮ ਭਾਉ ਸੱਚਾ ਹੈ। ਸੱਚਾ ਨਾਮ ਸੁਖ ਹੋਈ ਰਾਮ, ਉਹਦਾ ਨਾਮ ਵੀ ਸੱਚਾ ਹੈ, ਔਰ ਉਹਦੇ ਸੱਚੇ ਨਾਮ ਦੁਆਰਾ ਹੀ ਹਿਰਦੇ 'ਚ ਸੁਖ ਹੋਣਾ। ਉਸ ਦੇ ਸੱਚੇ ਨਾਮ ਦੁਆਰਾ ਹੀ ਹਿਰਦੇ ਨੂੰ ਸੁਖ ਦੀ ਪ੍ਰਾਪਤੀ ਹੋਣੀ ਹੈ। ਸਾਚੈ ਨਾਮ ਸੁਖ ਹੋਈ, ਮਰੈ ਨਾ ਕੋਈ, ਗਰਭ ਨਾ ਜੂਨੀ ਵਾਸਾ। ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਦੁਆਰਾ ਸੁਖ ਪ੍ਰਾਪਤ ਹੋਣਾ। ਜਿਨ੍ਹਾਂ ਨੂੰ ਨਾਮ ਦੁਆਰਾ ਸੁਖ ਪ੍ਰਾਪਤ ਹੋਇਆ ਹੈ, ਪਾਤਸ਼ਾਹ ਕਹਿੰਦੇ ਭਾਈ ਉਹ ਫਿਰ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਂਦੇ। ਸਾਚਾ ਨਾਮ ਸੁਖ ਹੋਈ, ਮਰੈ ਨਾ ਕੋਈ, ਫਿਰ ਉਹ ਮਰਦੇ ਨਹੀਂ ਤੇ ਨਾ ਹੀ ਉਹ ਗਰਭ ਜੂਨੀਆਂ ਵਿੱਚ ਆਉਂਦੇ। ਗਰਭ ਨਾ ਜੂਨੀ ਵਾਸਾ। ਜਿਹੜੇ ਸੱਚੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹ ਨਾ ਮਰਦੇ ਨੇ ਨਾ ਜੰਮਦੇ ਨੇ, ਉਹ ਜਨਮ ਮਰਨ ਦੋਹਾਂ ਵਿੱਚ ਨਹੀਂ ਆਉਂਦੇ। ਜੋਤੀ ਜੋਤ ਮਿਲਾਈ, ਸੱਚ ਸਮਾਈ, ਸੱਚ ਨਾਏ ਪਰਗਾਸਾ। ਇਹਨਾਂ ਦੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਮਿਲ ਗਈ, ਉਹਨਾਂ ਦੀ ਸਮਾਈ ਸੱਚ ਵਿੱਚ ਹੋ ਗਈ। ਪਰਮੇਸ਼ਰ ਦਾ ਸੱਚਾ ਨਾਮ ਹੈ ਜਿਹੜਾ ਸਭਨਾਂ ਦੇ ਹਿਰਦਿਆਂ 'ਚ ਪ੍ਰਕਾਸ਼ ਕਰਦਾ। ਸੱਚ ਨਾਏ ਪਰਗਾਸਾ। ਨਿਰੰਕਾਰ ਦੇ ਸੱਚੇ ਨਾਮ ਦੁਆਰਾ ਹੀ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ। ਗੁਰੂ ਘਰ ਵਿੱਚ ਜਿਹੜਾ ਗਿਆਨ ਪ੍ਰਵਾਨ ਹੈ ਨਾ, ਉਹ ਨਿਰੰਕਾਰ ਦੇ ਨਾਮ ਦੀ ਸਾਧਨਾ ਤੋਂ ਉਤਪੰਨ ਹੋਇਆ ਗਿਆਨ ਪ੍ਰਵਾਨ ਹੈ। ਜਿਹੜਾ ਭਗਤੀ ਸੰਪੰਨ ਹੋਵੇ। ਕੋਰਾ ਤੇ ਖੁਸ਼ਕ ਗਿਆਨ ਜਿਹੜਾ ਕੇਵਲ ਕਿਤਾਬਾਂ ਤੋਂ ਉਪਜਦਾ ਹੈ, ਉਹ ਗਿਆਨ ਪ੍ਰਵਾਨ ਨਹੀਂ। ਜਿਹੜਾ ਗਿਆਨ ਭਗਤੀ ਲਬਰੇਜ਼ ਹੋਵੇ, ਜਿਹੜੇ ਗਿਆਨ ਵਿੱਚ ਪਰਮੇਸ਼ਰ ਦੀ ਭਗਤੀ ਦਾ ਰੰਗ ਭਰਿਆ ਹੋਵੇ, ਇੱਥੇ ਉਹ ਗਿਆਨ ਸਵੀਕਾਰ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਨਾਮ ਹੈ ਜਿਹੜਾ ਸਭ ਦੇ ਹਿਰਦਿਆਂ 'ਚ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਿਨੇ ਸੱਚ ਜਾਤਾ ਸੇ ਸੱਚੇ ਹੋਏ, ਅਨ ਦਿਨ ਸੱਚ ਧਿਆਇਨ। ਜਿਨ੍ਹਾਂ ਨੇ ਸੱਚ ਨੂੰ ਜਾਣਿਆ ਉਹ ਸੱਚੇ ਹੀ ਹੋ ਗਏ, ਉਹਦਾ ਰੂਪ ਹੀ ਹੋ ਗਏ। ਸੱਚ ਨੂੰ ਜਾਣਦਿਆਂ ਸੱਚ ਦਾ ਹੀ ਰੂਪ ਹੋ ਗਏ। ਪਹਿਲਾਂ ਜਾਣਨ ਵਾਸਤੇ ਸਾਧਨਾ ਕੀਤੀ ਵੀ ਸੱਚ ਕੀ ਹੈ। ਗੁਰੂ ਸਾਹਿਬ ਦਾ ਤਰਸ ਲਿਆ, ਗੁਰੂ ਸਾਹਿਬ ਦਾ ਉਪਦੇਸ਼ ਲਿਆ, ਸਤਿਗੁਰਾਂ ਮਾਰਗਦਰਸ਼ਨ ਕੀਤਾ, ਇਹ ਸੱਚ ਵਾਲੇ ਪਾਸੇ ਟੁਰਿਆ। ਜਦੋਂ ਸੱਚ ਵਾਲੇ ਪਾਸੇ ਟੁਰ ਕੇ ਸੱਚ ਤੱਕ ਪਹੁੰਚਿਆ, ਉੱਥੇ ਜਾ ਕੇ ਉਹੀ ਹੋ ਗਿਆ, ਵਾਪਸ ਆਇਆ ਹੀ ਨਹੀਂ, ਉੱਥੋਂ ਪਰਤਿਆ ਹੀ ਨਹੀਂ। ਤੋ ਜਿਨ੍ਹਾਂ ਨੇ ਸੱਚ ਨੂੰ ਜਾਣਿਆ ਉਹ ਸੱਚ ਦਾ ਹੀ ਰੂਪ ਹੋ ਗਏ। ਫਿਰ ਜਦੋਂ ਸੱਚ ਦਾ ਰੂਪ ਹੋ ਗਏ, ਆਨ ਦਿਨ ਸੱਚ ਧਿਆਇਨ,
ਫਿਰ ਉਹ ਰਾਤ ਦਿਨ ਉਸ ਸੱਚ ਨੂੰ ਹੀ ਧਿਆਉਂਦੇ ਆ, ਉਸੇ ਦਾ ਧਿਆਨ ਉਹਨਾਂ ਦੇ ਹਿਰਦੇ ਵਿੱਚ ਹੈ। ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੁੜ ਦੁਖ ਪਾਇਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਆ, ਜਿਨ੍ਹਾਂ ਦੇ ਹਿਰਦਿਆਂ 'ਚ ਸੱਚਾ ਨਾਮ ਵਸਦਾ ਹੈ, ਉਹ ਫਿਰ ਉਸ ਵਾਹਿਗੁਰੂ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੇ, ਉਹ ਨਿਰੰਕਾਰ ਤੋਂ ਵਿਛੜ ਕੇ ਦੁੱਖ ਨਹੀਂ ਪਾਉਂਦੇ। ਜਿਹੜੇ ਸੱਚ ਨਾਲ ਜੁੜ ਗਏ ਉਹ ਫਿਰ ਉਹਦੇ ਤੋਂ ਨਹੀਂ ਵਿਛੜਦੇ, ਨਾ ਹੀ ਦੁੱਖ ਪਾਉਂਦੇ ਨੇ। ਸੱਚੇ ਬਾਣੀ ਸੱਚੇ ਗੁਣ ਗਾਵਹਿ, ਤਿਤ ਘਰ ਸੋਹਿਲਾ ਹੋਈ ਰਾਮ। ਕਹਿੰਦੇ ਵਾਹਿਗੁਰੂ ਜੀ ਦੀ ਆਰਾਧਨਾ ਕਰਨ ਵਾਲੇ ਗੁਰਮੁਖਾਂ ਦੀ ਬਾਣੀ ਵੀ ਸੱਚੀ ਹੋ ਜਾਂਦੀ। ਆਖੋ ਸਤਿਨਾਮ ਵਾਹਿਗੁਰੂ। ਜਦੋਂ ਆਪ ਹੀ ਉਹ ਸੱਚ ਰੂਪ ਹੋ ਗਏ, ਫਿਰ ਉਹ ਜੋ ਕਹਿੰਦੇ ਆ ਉਹ ਵੀ ਸੱਚ ਹੈ, ਉਹਨਾਂ ਦੀ ਬਾਣੀ ਵੀ ਸੱਚੀ ਹੋ ਜਾਂਦੀ ਹੈ। ਉਹਨਾਂ ਦੀ ਰਸਨਾ ਤੋਂ ਬੋਲੇ ਬੋਲ ਸੱਚ ਹੁੰਦੇ ਆ, ਕਿਉਂਕਿ ਉਹਨਾਂ ਨੇ ਆਖਣਾ ਹੀ ਸੱਚ ਹੈ ਜੋ ਸੱਚ ਹੈ। ਉਹਨਾਂ ਦੀ ਬਾਣੀ ਸੱਚੀ, ਉਹ ਸੱਚੇ ਦੇ ਹੀ ਗੁਣ ਗਾਉਂਦੇ ਨੇ, ਔਰ ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਹਮੇਸ਼ਾ ਹੀ ਪਰਮੇਸ਼ਰ ਦੇ ਸੋਹਿਲੇ ਗਾਏ ਜਾਂਦੇ ਨੇ। ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਨਿਰੰਕਾਰ ਦਾ ਜਸ ਜਿਹੜਾ ਉਹ ਹੁੰਦਾ ਰਹਿੰਦਾ, ਇਸ ਕਰਕੇ ਉਹਨਾਂ ਦੀ ਬਾਣੀ ਵੀ ਸੱਚੀ ਹੈ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸੱਚੇ ਦੇ ਗੁਣ ਵੀ ਨਿਰਮਲ ਨੇ, ਤੇ ਜਿਨ੍ਹਾਂ ਨੇ ਉਹਨਾਂ ਦੇ ਨਿਰਮਲ ਗੁਣਾਂ ਨੂੰ ਗਾਇਆ, ਉਹਨਾਂ ਦਾ ਤਨ ਮਨ ਵੀ ਸੱਚਾ ਹੋ ਗਿਆ, ਔਰ ਉਹਨਾਂ ਦੇ ਹਿਰਦੇ 'ਚ ਸੱਚ ਵਸ ਗਿਆ, ਔਰ ਉਹਨਾਂ ਨੇ ਸੱਚੇ ਪ੍ਰਭੂ ਵਾਹਿਗੁਰੂ ਪੁਰਖ ਦੀ ਪ੍ਰਾਪਤੀ ਕਰ ਲਈ ਹੈ। ਸਭ ਸੱਚ ਵਰਤੈ ਸੱਚੋ ਬੋਲੇ, ਜੋ ਸੱਚ ਕਰੈ ਸੋ ਹੋਈ। ਗੁਰਮੁਖ ਵੇਖ ਲੈਂਦੇ ਆ ਵੀ ਸਭ ਵਿੱਚ ਸੱਚ ਹੀ ਵਰਤ ਰਿਹਾ, ਉਹ ਸੱਚ ਨੂੰ ਵਰਤਦਾ ਵੇਖਦੇ ਨੇ, ਔਰ ਆਪਣੀ ਰਸਨਾ ਤੋਂ ਸੱਚ ਹੀ ਬੋਲਦੇ ਨੇ। ਜੋ ਸੱਚ ਕਰਦਾ ਸੋ ਹੋਈ। ਉਹ ਇਹਨਾਂ ਦੀ ਗੁਰਮੁਖਾਂ ਦੀ ਅਵਸਥਾ ਬਣ ਗਈ ਕਿ ਜੋ ਸੱਚਾ ਕਰ ਰਿਹਾ ਉਹੀ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਨਾਂ ਜਾਣ ਲਿਆ ਕਿ ਸੱਚ ਸਰੂਪ ਵਾਹਿਗੁਰੂ ਜੋ ਕਰ ਰਿਹਾ ਉਹੀ ਹੋ ਰਿਹਾ। ਜਹ ਦੇਖਾ ਤਹ ਸੱਚ ਪਸਰਿਆ, ਅਵਰ ਨਾ ਦੂਜਾ ਕੋਈ। ਮੈਂ ਜਿੱਥੇ ਵੇਖਦਾ ਸੱਚ ਉੱਥੇ ਹੀ ਪਸਰਿਆ ਹੋਇਆ, ਉਹਦੇ ਬਿਨਾ ਹੋਰ ਕੋਈ ਦੂਜਾ ਨਹੀਂ। ਅਵਰ ਨਾ ਦੂਜਾ ਕੋਈ। ਜਿੱਥੇ ਵੇਖਦਾ ਸੱਚ ਉੱਥੇ ਹੀ ਪਸਰਿਆ ਹੋਇਆ, ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਉਹੀ ਹੈ ਜੋ ਸਭ ਵਿੱਚ ਵਰਤ ਰਿਹਾ ਹੈ। ਸੱਚੇ ਉਪਜੈ ਸੱਚ ਸਮਾਵੈ, ਮਰ ਜਨਮ ਦੂਜਾ ਹੋਈ। ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਸੱਚ ਉਪਜ ਜਾਂਦਾ, ਯਾਨੀ ਕਿ ਜਿਨ੍ਹਾਂ ਅੰਦਰ ਆਤਮਾ ਦਾ ਸਾਖਸ਼ਾਤਕਾਰ ਹੋ ਜਾਂਦਾ, ਉਹ ਫਿਰ ਸੱਚ 'ਚ ਹੀ ਸਮਾ ਜਾਂਦੇ ਨੇ। ਜਿਹੜੇ ਦੂਜੇ ਭਾ ਦੁਬਦਾ ਵਿੱਚ ਲੱਗੇ ਹੋਏ ਨੇ, ਉਹ ਮਰਦੇ ਤੇ ਜੰਮਦੇ ਰਹਿੰਦੇ ਆ, ਉਹ ਦੁੱਖ ਭੋਗਦੇ ਹਨ। ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ, ਸਭ ਕੁਝ ਦਾ ਕਰਤਾ ਵਾਹਿਗੁਰੂ ਪਰਮੇਸ਼ਰ ਆਪ ਹੈ। ਸਭ ਕੁਝ ਆਪੇ ਕਰਤਾ, ਉਹ ਸਭ ਕੁਝ ਆਪ ਕਰਦਾ ਹੈ। ਆਪ ਕਰਾਵੈ ਸੋਈ, ਤੇ ਆਪ ਹੀ ਕਰਾਉਂਦਾ, ਕਰਦਾ ਵੀ ਆਪ ਹੈ ਤੇ ਕਰਾਉਂਦਾ ਵੀ ਆਪ ਹੈ। ਸੱਚੇ ਭਗਤ ਸੋ ਹੈ ਦਰਬਾਰੇ, ਸੱਚੋ ਸੱਚ ਵਖਾਣੇ ਰਾਮ। ਪਰਮੇਸ਼ਰ ਦੇ ਭਗਤ ਸੱਚੇ ਨੇ, ਉਹ ਸੱਚੇ ਦੇ ਦਰਬਾਰ ਦੇ ਵਿੱਚ ਸੋਭਦੇ ਆ। ਸੱਚੋ ਸੱਚ ਵਖਾਣੇ ਰਾਮ, ਉਹ ਸਾਚੀ ਵਖਾਣਦੇ ਨੇ, ਸਾਚੀ ਉਚਾਰਦੇ ਨੇ। ਉਹਨਾਂ ਦੀ ਰਸਨਾ ਤੋਂ ਵੀ ਕੇਵਲ ਸੱਚ ਹੀ ਉਚਰਿਆ ਜਾਂਦਾ ਹੈ। ਘਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ ਰਾਮ। ਗੁਰਮੁਖਾਂ ਦੇ ਹਿਰਦੇ ਘਟ ਵਿੱਚ ਉਹ ਪਰਮੇਸ਼ਰ ਵਸਦਾ, ਉਹਦੀ ਬਾਣੀ ਸੱਚੀ ਹੈ, ਔਰ ਉਹ ਸੱਚ ਨੂੰ ਹੀ ਆਪਣੇ ਆਪ ਨੂੰ ਪਛਾਣਦੇ ਨੇ ਕਿ ਸਾਡਾ ਜਿਹੜਾ ਸਵਰੂਪ ਹੈ ਉਹ ਸੱਚ ਹੈ। ਅਸੀਂ ਆਤਮ ਸਵਰੂਪ ਹਾਂ, ਅਸੀਂ ਸਰੀਰ ਨਹੀਂ ਹਾਂ।
ਉਹ ਆਪਣੇ ਸੱਚ ਸਰੂਪ ਨੂੰ ਪਛਾਣਦੇ ਹਨ। ਆਪ ਪਛਾਨ ਹੈ ਤਾਂ ਸੱਚ ਜਾਣ ਹੈ, ਸਾਚੇ ਸੋਝੇ ਹੋਈ। ਜਿਹੜੇ ਆਪਣੇ ਆਪ ਨੂੰ ਪਛਾਣਦੇ ਨੇ ਉਹੀ ਸੱਚ ਨੂੰ ਜਾਣਦੇ ਨੇ। ਜਿਨ੍ਹਾਂ ਨੂੰ ਆਪਣੇ ਆਪ ਦੀ ਪਛਾਣ ਹੀ ਨਹੀਂ, ਉਹ ਸੱਚ ਕਿਵੇਂ ਜਾਣਨਗੇ? ਜਿਨ੍ਹਾਂ ਦੀ ਆਪਣੀ ਹੋਸ਼ ਟਿਕਾਣੇ ਨਾ ਹੋਵੇ, ਉਹ ਕਿਵੇਂ ਜਾਣਨ ਵੀ ਸੱਚ ਕੀ ਹੈ? ਕਹਿੰਦੇ ਜਿਹੜੇ ਆਪਣੇ ਆਪ ਨੂੰ ਪਛਾਣ ਲੈਣ, ਮੈਂ ਕੀ ਹਾਂ, ਮੇਰਾ ਸਵਰੂਪ ਕੀ ਹੈ, ਕਹਿੰਦੇ ਉਹੀ ਸੱਚ ਨੂੰ ਜਾਣਦੇ ਨੇ। ਔਰ ਸਾਚੇ ਸੋਝੀ ਹੋਈ, ਉਹਨਾਂ ਨੂੰ ਸੱਚੇ ਦੀ ਸੋਝੀ ਪ੍ਰਾਪਤ ਹੁੰਦੀ ਹੈ, ਸੱਚੇ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸੱਚਾ ਸ਼ਬਦ ਸੱਚੇ ਹੈ ਸੋਭਾ, ਸਾਚੇ ਹੀ ਸੁਖ ਹੋਈ। ਸਤਿਗੁਰਾਂ ਦਾ ਸ਼ਬਦ ਸੱਚਾ ਹੈ ਤੇ ਸਤਿਗੁਰਾਂ ਦੀ ਸੋਭਾ ਵੀ ਸੱਚੀ ਹੈ। ਔਰ ਪਾਤਸ਼ਾਹ ਕਹਿੰਦੇ ਹੈ ਸੱਚੇ ਦੇ ਹੀ ਸ਼ਬਦ ਦੁਆਰਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਾਚ ਰਤੇ ਭਗਤ ਇਕ ਰੰਗੀ, ਦੂਜਾ ਰੰਗ ਨਾ ਕੋਈ। ਜਿਹੜੇ ਸੱਚ ਦੇ ਵਿੱਚ ਰੰਗੇ ਗਏ ਨੇ ਉਹ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਭਗਤ ਹੋ ਗਏ। ਉਹਨਾਂ ਭਗਤਾਂ ਦੇ ਹਿਰਦਿਆਂ ਵਿੱਚ ਕੋਈ ਦੂਜਾ ਰੰਗ ਨਹੀਂ ਚੜ੍ਹਦਾ, ਉਹ ਕੇਵਲ ਨਿਰੰਕਾਰ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨੇ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ਰ ਨੇ ਲੇਖ ਲਿਖੇ ਨੇ, ਤਿਨਾਂ ਨੂੰ ਸੱਚ ਸਵਰੂਪ ਦੀ ਪ੍ਰਾਪਤੀ ਹੋਈ ਹੈ। ਸੋਹੇ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਪਵੈ, ਬਿਨ ਸਤ ਗੁਰ ਸੁਹਾਗ ਨ ਹੋਈ ਰਾਮ। ਤੀਸਰੇ ਪਾਤਸ਼ਾਹ ਜੀ ਫਰਮਾਨ ਕਰਦੇ ਰਾਗ ਸੋਹੀ ਵਿੱਚ ਕਿ ਚਾਰਾਂ ਯੁੱਗਾਂ ਦੇ ਵਿੱਚ ਜੀਵ ਰੂਪੀ ਇਸਤਰੀ ਭਟਕਦੀ ਫਿਰੇ, ਗੁਰੂ ਬਿਨਾਂ ਇਹਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਬਿਨਾਂ ਸਹੁ ਦਾ ਗਿਆਨ ਪ੍ਰਾਪਤ ਨਹੀਂ ਹੋਣਾ। ਗੁਰੂ ਬਿਨਾਂ ਉਸ ਪਾਰ ਬ੍ਰਹਮ ਪਰਮੇਸ਼ਰ ਰੂਪੀ ਪਤੀ ਦੀ ਪ੍ਰਾਪਤੀ ਨਹੀਂ ਹੋਣੀ। ਨਹਿ ਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਆਵਰ ਨ ਕੋਈ ਰਾਮ। ਕਹਿੰਦੇ ਉਹਨਾਂ ਨੂੰ ਨਿਚਲ ਰਾਜ ਦੀ ਪ੍ਰਾਪਤੀ ਹੁੰਦੀ ਹੈ। ਹਰੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰਾਜ ਹੈ ਨਾ, ਉਹ ਨਿਚਲ ਹੈ, ਚਲਾਏਮਾਨ ਨਹੀਂ ਹੁੰਦਾ। ਤਿਸ ਬਿਨ ਆਵਰ ਨ ਕੋਈ ਰਾਮ। ਤਿਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਹੀਂ ਹੈ। ਉਹ ਅਕਾਲ ਪੁਰਖ ਪਰਮੇਸ਼ਰ ਹੀ ਹੈ ਸਰਬ ਥਾਈ। ਤਿਸ ਬਿਨ ਆਵਰ ਨ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ। ਤਿਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਹੀਂ, ਉਹੀ ਸੱਚ ਹੈ ਜਿਹੜਾ ਸਾਰਿਆਂ ਵਿੱਚ ਵਰਤ ਰਿਹਾ ਹੈ। ਜਿਹੜੇ ਗੁਰਮੁਖ ਨੇ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ ਜਾਣਦੇ ਹਨ। ਧਨ ਫਿਰ ਮੇਲਾਵਾ ਹੋਆ, ਗੁਰਮਤਿ ਮਨ ਮਾਨਿਆ। ਧਨ ਜੀਵ ਰੂਪੀ ਇਸਤਰੀ ਦਾ ਉਸ ਪਿਰ ਵਾਹਿਗੁਰੂ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਕਦੋਂ ਮਿਲਾਪ ਹੁੰਦਾ? ਜਦੋਂ ਇਹ ਗੁਰੂ ਦੀ ਮੱਤ ਦੁਆਰਾ ਇਹਦਾ ਮਨ ਮੰਨ ਜਾਏ, ਇਹ ਗੁਰੂ ਕੀ ਮੱਤ ਦਾ ਧਾਰਨੀ ਹੋ ਜਾਏ ਜੀਵ, ਤਾਂ ਫਿਰ ਇਹਦਾ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ। ਸਤ ਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕਤ ਨਾ ਹੋਈ। ਜਿਨ੍ਹਾਂ ਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ, ਉਹਨਾਂ ਨੇ ਹਰੀ ਦੇ ਸਰੂਪ ਨੂੰ ਪ੍ਰਾਪਤ ਕੀਤਾ। ਬਿਨਾਂ ਹਰੀ ਤੋਂ ਜਾਂ ਬਿਨਾਂ ਹਰੀ ਦੇ ਨਾਮ ਤੋਂ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ। ਨਾਨਕ ਕਾਮਨ ਕੰਤ ਰਾਵੇ, ਮਨ ਮਾਨਿਐ ਸੁਖ ਹੋਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਐ ਉਹੀ ਕਾਮਣ ਜਗਿਆਸੂ ਜੀਵ ਰੂਪੀ ਇਸਤਰੀ ਉਸ ਕੰਤਪਤੀ ਪਰਮੇਸ਼ਰ ਚ ਭੇਦ ਹੁੰਦੀ ਹੈ। ਜਿਹਦਾ ਮਨ ਗੁਰੂ ਦੀ ਮੱਤ ਨਾਲ ਮੰਨ ਜਾਏ, ਉਸੇ ਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਸਤ ਗੁਰ ਸੇਵ ਧਨ ਬਾਲੜੀਏ, ਹਰ ਵਾਰ ਪਾਵਹਿ ਸੋਈ ਰਾਮ। ਇਹ ਬਾਲੜੀ ਜੀਵ ਰੂਪੀ ਇਸਤਰੀਏ, ਸਤਿਗੁਰਾਂ ਦੀ ਸੇਵਾ ਕਰ। ਗੁਰੂ ਦੀ ਸੇਵਾ ਕੀਤਿਆਂ ਤੈਨੂੰ ਹਰੀ ਪਰਮੇਸ਼ਰ ਦੇ ਸਰੂਪ ਦੀ ਹਰੀ ਵਰ ਦੀ ਪ੍ਰਾਪਤੀ ਹੋਵੇਗੀ। ਸਦਾ ਹੋਵਹਿ ਸੁਹਾਗਣੀ, ਫਿਰ ਮੈਲਾ ਵੇਸ ਨ ਹੋਈ ਰਾਮ। ਫਿਰ ਉਹ ਜੀਵ ਰੂਪੀ ਇਸਤਰੀਆਂ ਸਦਾ ਲਈ ਸੁਹਾਗਣਾ ਹੋ ਜਾਂਦੀਆਂ ਹਨ।
ਉਹਨਾਂ ਦਾ ਅੰਤःਕਰਨ ਰੂਪੀ ਵੇਸ ਮਲੀਨ ਨਹੀਂ ਹੁੰਦਾ। ਫਿਰ ਮੈਲਾ ਵੇਸ ਨ ਹੋਈ, ਗੁਰਮੁਖ ਬੂਝੈ ਕੋਈ, ਹਉ ਮੈਂ ਮਾਰ ਪਛਾਣਿਆ। ਉਹਨਾਂ ਦਾ ਅੰਤःਕਰਨ ਰੂਪੀ ਵੇਸ ਮਲੀਨ ਨਹੀਂ ਹੁੰਦਾ। ਉਹ ਸੱਚ ਨੂੰ ਪਛਾਣਦੀਆਂ ਹੋਈਆਂ ਸੱਚ ਵਿੱਚ ਹੀ ਅਭੇਦ ਹੋ ਜਾਂਦੀਆਂ ਨੇ। ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਮਾਰ ਕੇ ਆਪਣੇ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲੈਂਦੀਆਂ ਹਨ। ਕਰਨੀ ਕਾਰ ਕਮਾਵੈ, ਸ਼ਬਦ ਸਮਾਵੈ, ਅੰਤਰ ਏਕੋ ਜਾਣਿਆ। ਸਤਿਗੁਰਾਂ ਦੇ ਦੱਸੇ ਉਪਦੇਸ਼ ਮੁਤਾਬਕ ਉਹ ਗੁਰਮੁਖ ਸ਼ੁਭ ਕਰਨੀ ਦੀ ਕਾਰ ਕਮਾਉਂਦੇ ਨੇ। ਸੱਚ ਦੀ ਕਮਾਈ ਕਰਦੇ ਆਪਣੇ ਅੰਦਰ ਇੱਕ ਨੂੰ ਪਛਾਣਦੇ ਹਨ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ, ਆਪਣਾ ਸਾਚੀ ਸੋਭਾ ਹੋਈ। ਜਿਹੜੇ ਗੁਰਮੁਖ ਨੇ ਉਹ ਰਾਤ ਦਿਨ ਆਪਣੇ ਪਿਰ ਵਾਹਿਗੁਰੂ ਨੂੰ ਰਾਵਦੇ ਨੇ। ਉਹਨਾਂ ਗੁਰਮੁਖਾਂ ਦੀ ਸੱਚੀ ਸੋਭਾ ਸੰਸਾਰ 'ਚ ਉਜਾਗਰ ਹੁੰਦੀ ਹੈ। ਨਾਨਕ ਕਾਮਣ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਉਹ ਜਗਿਆਸੂ ਜੀਵ ਰੂਪੀ ਇਸਤਰੀਆਂ ਆਪਣੇ ਪਿਰ ਨੂੰ ਰਾਵਦੀਆਂ ਨੇ ਔਰ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਰਮੀਆਂ ਰਹਿੰਦੀਆਂ ਹਨ। ਗੁਰ ਕੀ ਕਾਰ ਕਰੇ ਧਨ ਬਾਲੜੀਏ, ਹਰ ਵਰ ਦੇ ਮਿਲਾਏ RAM। ਜੇ ਸਿੱਖ ਗੁਰੂ ਦੀ ਦੱਸੀ ਕਾਰ ਕਮਾਵੇ ਤਾਂ ਹੈ ਬਾਲੜੀਏ ਤੈਨੂੰ ਫਿਰ ਪ੍ਰਮਾਤਮਾ ਨਾਲ ਗੁਰੂ ਮਿਲਾ ਕੇ ਅਭੇਦ ਕਰੇਗਾ। ਜੇ ਤੂੰ ਗੁਰੂ ਦਾ ਦੱਸਿਆ ਕਾਰ ਕਰੇ। ਹਰ ਕੈ ਰੰਗ ਰਤੀ ਹੈ ਕਾਮਰ, ਮਿਲ ਪ੍ਰੀਤਮ ਸੁਖ ਪਾਏ RAM। ਜਿਹੜੀਆਂ ਜੀਵ ਰੂਪੀ ਇਸਤਰੀਆਂ ਹਰੀ ਦੇ ਪ੍ਰੇਮ ਰੰਗ ਵਿੱਚ ਰਤੀਆਂ ਹਨ, ਉਹ ਪਰਮੇਸ਼ਰ ਨਾਲ ਮਿਲ ਕੇ ਸੁਖ ਪਾਉਂਦੀਆਂ ਹਨ। ਮਿਲ ਪ੍ਰੀਤਮ ਸੁਖ ਪਾਏ, ਸੱਚ ਸਮਾਏ, ਸੱਚ ਵਰਤੈ ਸਭ ਥਾਈ। ਜਿਹੜੀਆਂ ਉਸ ਪ੍ਰੀਤਮ ਨੂੰ ਮਿਲ ਗਈਆਂ ਉਹ ਸੁਖ ਪਾਉਂਦੀਆਂ ਨੇ। ਉਹ ਵੇਖ ਲੈਂਦੀਆਂ ਕਿ ਹਰ ਜਗ੍ਹਾ ਤੇ ਹਰ ਥਾਂ ਤੇ ਉਹ ਸੱਚ ਸਰੂਪ ਪਰਮੇਸ਼ਰ ਹੀ ਵਰਤ ਰਿਹਾ ਹੈ। ਸੱਚਾ ਸਿੰਗਾਰ ਕਰੇ ਦਿਨ ਰਾਤੀ, ਕਾਮਨ ਸੱਚ ਸਮਾਈ। ਉਹਨਾਂ ਦਾ ਸ਼ਿੰਗਾਰ ਵੀ ਸੱਚਾ, ਭਾਵ ਜਿਹੜੇ ਕਰਮ ਨੇ ਦਿਨ ਰਾਤ ਉਹਨਾਂ ਦੇ ਸੱਚੇ ਨੇ। ਉਹ ਕਾਮਨਾ ਸੱਚ ਸਰੂਪ ਪਰਮੇਸ਼ਰ ਚ ਸਮਾਂਦੀਆਂ ਹਨ। ਹਰ ਸੁਖ ਦਾਤਾ ਸ਼ਬਦ ਪਛਾਤਾ, ਕਾਮਨ ਲਿਆ ਕੰਠ ਲਾਏ। ਹਰੀ ਸੁੱਖਾਂ ਦਾ ਦਾਤਾ ਹੈ। ਗੁਰੂ ਕੇ ਸ਼ਬਦ ਦੁਆਰਾ ਗੁਰਮੁਖਾਂ ਨੇ ਪਛਾਣਿਆ। ਜਿਨ੍ਹਾਂ ਪਛਾਣ ਲਿਆ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਪਰਮੇਸ਼ਰ ਨੇ ਆਪਣੇ ਗਲ ਨਾਲ ਲਾ ਲਿਆ। ਨਾਨਕ ਮਹਿਲੀ ਮਹਿਲ ਪਛਾਣੈ, ਗੁਰਮਤਿ ਹਰ ਪਾਏ। ਕਹਿੰਦੇ ਉਹਨਾਂ ਨੇ ਉਸ ਮਹਿਲੀ ਪਰਮੇਸ਼ਰ ਦੇ ਸਰੂਪ ਦੇ ਮਹਿਲ ਨੂੰ ਪਛਾਣ ਲਿਆ। ਗੁਰੂ ਦੀ ਮੱਤ ਦੁਆਰਾ ਗੁਰਮੁਖਾਂ ਨੇ ਹਰੀ ਨੂੰ ਪਾਇਆ ਹੈ। ਸਾ ਧਨ ਬਾਲੇ ਤੁਰ ਮੇਲੇ, ਮੇਰਾ ਪ੍ਰਭ ਆਪ ਮਿਲਾਈ RAM। ਕਹਿੰਦੇ ਉਸੇ ਜੀਵ ਰੂਪੀ ਇਸਤਰੀ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾਇਆ, ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਆਪਣੇ ਨਾਲ ਮੇਲਿਆ ਹੋਇਆ ਹੈ। ਗੁਰਮਤਿ ਘਟ ਚਾਨਣ ਹੋਆ, ਪ੍ਰਭ ਰਬ ਰਹਿਆ ਸਭ ਥਾਈ RAM। ਗੁਰੂ ਦੀ ਮੱਤ ਦੁਆਰਾ ਗੁਰਮੁਖਾਂ ਦੇ ਅੰਦਰ ਚਾਨਣਾ ਹੁੰਦਾ ਹੈ। ਉਹੀ ਉਸ ਪ੍ਰਭੂ ਵਾਹਿਗੁਰੂ ਪਰਮੇਸ਼ਰ ਨੂੰ ਰਾਮ ਦੇ ਨੇ, ਜਿਹੜਾ ਸਾਰਿਆਂ ਵਿੱਚ ਵਰਤ ਰਿਹਾ ਹੈ। ਪ੍ਰਭ ਰਬ ਰਹਿਆ ਸਭ ਥਾਈ, ਮਨ ਵਸਾਈ, ਪੂਰਬ ਲਿਖਿਆ ਪਾਇਆ। ਉਹ ਪ੍ਰਭੂ ਸਾਰਿਆਂ ਵਿੱਚ ਰਮਿਆ ਹੋਇਆ ਹੈ। ਗੁਰਮੁਖਾਂ ਨੇ ਮਨ ਚ ਵਸਾਇਆ ਹੈ। ਉਹਨਾਂ ਨੇ ਵਸਾਇਆ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਲੇਖ ਪਾਏ ਪੂਰਬਲੇ ਕਰਮਾਂ ਮੁਤਾਬਕ। ਸਹਿਜ ਸੁਖਾਲੀ ਮੇਰੇ ਪ੍ਰਭ ਪਾਣੀ, ਸੱਚ ਸਿੰਗਾਰ ਬਣਾਇਆ। ਉਹਨਾਂ ਦੇ ਅੰਤਸ਼ਕਰਨ ਦੀ ਸੇਜਾ ਸੁਖਾਲੀ ਹੋ ਜਾਂਦੀ ਹੈ। ਉਹ ਮੇਰੇ ਪ੍ਰਭੂ ਨੂੰ ਭਾ ਜਾਂਦੀਆਂ ਨੇ। ਉਹਨਾਂ ਦਾ ਕੀਤਾ ਸ਼ਿੰਗਾਰ ਯਾਨੀ ਕਿ ਕੀਤੇ ਹਰ ਪ੍ਰਕਾਰ ਦੇ ਕਰਮ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦੇ ਹਨ। ਕਾਮਣ ਨਿਰਮਲ ਹਉ ਮੈਂ ਮਲ ਖੋਈ, ਗੁਰਮਤਿ ਸੱਚ ਸਮਾਈ। ਜਿਨ੍ਹਾਂ ਜਗਿਆਸੂ ਜੀਵ ਰੂਪੀ ਇਸਤਰੀਆਂ ਦੇ ਅੰਤਸ਼ਕਰਨ ਨਿਰਮਲ ਨੇ, ਜਿਨ੍ਹਾਂ ਆਪਣੇ ਅੰਦਰੋਂ ਹਉਮੈ ਦੀ ਮੈਲ ਨੂੰ ਖੋਹ ਦਿੱਤਾ ਹੈ, ਉਹ ਗੁਰੂ ਦੀ ਮੱਤ ਦੁਆਰਾ ਸੱਚ ਚ ਸਮਾਈਆਂ ਹਨ। ਨਾਨਕ ਆਪ ਮਿਲਾਈ ਕਰਤੈ, ਨਾਮ ਵਨਵੈ ਨਿਧ ਪਾਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕਰਤਾ ਪੁਰਖ ਨੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾਇਆ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀਆਂ 9 ਨਿਧੀਆਂ ਦਾ ਖਜ਼ਾਨਾ ਨਾਮ ਉਹ ਪ੍ਰਾਪਤ ਹੋ ਗਿਆ। ਸਤਿਗੁਰੂ ਜੀ ਕਿਰਪਾ ਕਰਨ
ਸਾਡਾ ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾਵਨ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।